ਵਾਹਿਗੁਰੂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਦੋ ਜਹਾਨ ਦੇ ਵਾਲੀ, ਹਲਤ ਪਲਤ ਦੇ ਰੱਖਿਅਕ, ਸਾਡੇ ਅੰਦਰ ਦੀ ਜਾਣਨ ਵਾਲੇ, ਸਾਡੇ ਹਰ ਦੁੱਖ ਸੁੱਖ ਦੇ ਵਿੱਚ ਖਿਆਲ ਰੱਖਣ ਵਾਲੇ। ਅਸੀਂ ਕਦੇ ਨਾ ਡੋਲੀਏ ਉਸ ਪਿਤਾ ਤੇ ਜੇ ਵਿਸ਼ਵਾਸ ਰੱਖੀਏ, ਉਹ ਸਾਡੀ ਕਦੇ ਬਾਂਹ ਨਹੀਂ ਛੱਡਦਾ, ਪਰ ਉਹ ਸਾਡੇ ਚਿੱਤ ਦੇ ਵਿੱਚ ਹੋਵੇ, ਉਹ ਸਾਡੀ ਚਿਤਵੀ ਦੇ ਵਿੱਚ ਹੋਵੇ। ਉਸ ਗੁਰੂ ਦੀ ਬਾਣੀ, ਅਗਾਧ ਬੋਧ ਬਾਣੀ ਦਾ ਸਿਮਰਨ ਹੋਇਆ ਹੈ। ਬਾਬਾ ਜੀ ਹੁਣਾ ਕੀਰਤਨ ਕੀਤਾ ਹੈ। ਉਸ ਪਿਆਰੇ ਨਾਲ ਪ੍ਰੇਮ ਕਰਨ ਵਾਲਿਆਂ ਦੀ ਗੱਲ ਕੀਤੀ ਹੈ ਕਿ ਉਹ ਅਥਾਹ ਪ੍ਰੇਮ, ਉਹ ਪਿਆਰ, ਉਹ ਹਿਰਦੇ ਦੀ ਸਾਂਝ, ਉਹ ਦਿਲ ਦੀ ਤਹਿ ਤੱਕ ਜੋ ਬੈਠਾ ਹੈ, ਉਹ ਪਰਿਪੂਰਨ ਪਰਮਾਤਮਾ, ਉਸ ਦੇ ਪ੍ਰੇਮ, ਉਸ ਨੂੰ ਪ੍ਰੇਮ ਕਰਨ ਵਾਲਿਆਂ ਦਾ ਕੀ ਹਾਲ ਹੈ। ਉਸ ਪਿਤਾ ਦੀ ਬਾਣੀ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ, ਉੱਚੀ ਤੇ ਸੁੱਚੀ, ਨਿੱਘੀ ਤਾਂਘ ਵਾਲੀ ਬਾਣੀ, ਜਪਜੀ ਸਾਹਿਬ ਦੀ 27ਵੀਂ ਪੌੜੀ ਦੀ ਕਥਾ ਅੱਜ ਪ੍ਰਾਰੰਭ ਹੋਵੇਗੀ। ਆਓ ਸਭ ਤੋਂ ਪਹਿਲਾਂ ਰਸਨਾ ਨੂੰ ਪਵਿੱਤਰ ਕਰੀਏ, ਪਿਤਾ ਦੀ ਬਖਸ਼ੀ ਫਤਿਹ ਨੂੰ ਬੁਲੰਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਤੋਂ ਪਹਿਲਾਂ ਸਾਡੇ ਮਨਾਂ ਦੀ ਇਕਾਗਰਤਾ ਬਣੇ, ਅਸੀਂ ਉਸ ਪਿਤਾ ਦੇ ਨਾਲ ਜੁੜ ਸਕੀਏ। ਇੱਕ ਛੋਟੀ ਜਿਹੀ ਗਾਥਾ ਹੈ। ਕੋਈ ਬੜਾ ਹੀ ਸੂਝਵਾਨ ਆਪਣੇ ਆਪ ਨੂੰ ਸਮਝਦਾ ਸੀ ਇਨਸਾਨ, ਉਹ ਘਰ ਤੋਂ ਨਿਕਲਿਆ ਹੈ ਕਿ ਮੈਂ ਲੋਕਾਂ ਨੂੰ ਮਿਲਣਾ ਹੈ। ਉਸਨੇ ਆਪਣਾ ਕਿਆਸ ਲਗਾਇਆ ਕਿ ਮੈਂ 100 ਬਜ਼ੁਰਗਾਂ ਨੂੰ ਮਿਲਣਾ ਹੈ ਤੇ ਕੁਛ ਨਾ ਕੁਛ ਸਿੱਖਣਾ ਹੈ। ਪਰ ਉਸਦੀ ਬਿਰਤੀ ਐਸੀ ਸੀ, ਉਹ ਇੱਕ ਪਹਿਲੇ ਬਜ਼ੁਰਗ ਦੇ ਕੋਲ ਗਿਆ, ਉਸਨੂੰ ਕੋਈ ਖਾਮੀ ਨਜ਼ਰ ਆਈ। ਉਹ ਇੱਕ ਇੱਕ ਕਰਦਾ ਜਦੋਂ 100ਵੇਂ ਬਜ਼ੁਰਗ ਦੇ ਕੋਲ ਗਿਆ ਤੇ ਉਹਨਾਂ ਨੂੰ ਕਹਿਣ ਲੱਗਾ, ਬਾਬਾ ਜੀ ਮੈਂ ਤੁਹਾਡੇ ਨਾਲ ਥੋੜਾ ਚਿਰ ਰਹਿਣਾ ਚਾਹੁੰਦਾ ਹਾਂ, ਮੈਂ ਬੜਾ ਬਰੀਕੀ ਵਾਲਾ ਇਨਸਾਨ ਹਾਂ, ਮੈਂ ਖਾਮੀਆਂ ਕੱਢਦਾ ਹਾਂ ਤੇ ਮੈਂ ਹੁਣ ਤੱਕ 99 ਇਨਸਾਨਾਂ ਨੂੰ ਮਿਲ ਚੁੱਕਿਆ ਹਾਂ ਤੇ 99 ਖਾਮੀਆਂ ਦਾ ਮੈਨੂੰ ਪਤਾ ਲੱਗ ਚੁੱਕਿਆ ਹੈ ਹਰ ਇੱਕ ਬਜ਼ੁਰਗ ਦੇ ਕੋਲੋਂ। ਉਸ ਬਜ਼ੁਰਗ ਨੇ ਕਿਹਾ, ਬੱਚਾ ਤੂੰ ਰਹਿ ਸਕਦਾ ਹੈ ਮੇਰੇ ਕੋਲ, ਉਹਨਾਂ ਕੋਲ ਤੇ ਇੱਕ ਇੱਕ ਖਾਮੀ ਹੋਵੇਗੀ, ਮੈਂ ਤੇ ਖਾਮੀਆਂ ਦਾ ਭਰਿਆ ਪਿਆ ਹਾਂ। ਪਰ ਇੱਕ ਗੱਲ ਮੈਂ ਤੈਨੂੰ ਜ਼ਰੂਰ ਕਹਾਂਗਾ, ਜੇਕਰ ਤੂੰ ਉਹ 100 ਬਜ਼ੁਰਗਾਂ ਨੂੰ ਮਿਲ ਕੇ ਹੁਣ ਤੱਕ ਤੂੰ 99 ਖਾਮੀਆਂ ਦਾ ਮਾਲਕ ਬਣ ਚੁੱਕਾ ਹੈ, ਜੇਕਰ ਤੂੰ ਉਹਨਾਂ ਦੇ ਕੋਲੋਂ ਇੱਕ ਇੱਕ ਗੁਣ ਲੈਂਦਾ ਤੇ ਤੂੰ ਅੱਜ 99 ਗੁਣਾਂ ਦਾ ਮਾਲਕ ਹੋਣਾ ਸੀ। ਉਸ ਪਰਮਾਤਮਾ ਨੂੰ ਮਿਲਣ ਦੇ ਲਈ ਕਿਸੇ ਦੇ ਵਿੱਚ ਖਾਮੀ ਕੱਢਣੀ ਨਹੀਂ। ਜੋ ਕਿਸੇ ਦਾ ਗੁਣ ਹੈ ਉਸ ਨੂੰ ਲੈ ਲਓ, ਜੋ ਖਾਮੀ ਤੁਹਾਨੂੰ ਲੱਗਦੀ ਹੈ ਉਸ ਨੂੰ ਉੱਥੇ ਹੀ ਸਿੱਟ ਦਿਓ, ਕਿਉਂਕਿ ਉਹ ਜ਼ਿੰਦਗੀ ਨੂੰ ਬਰਬਾਦ ਕਰਦੀ ਹੈ। ਦੁੱਧ ਵਿੱਚ ਜੇ ਖੰਡ ਮਿਲਾਈਏ ਮਜ਼ਾ ਹੋ ਜਾਵੇ ਦੂਣਾ। ਜੇ ਅਸੀਂ ਦੁੱਧ ਦੇ ਵਿੱਚ ਖੰਡ ਮਿਲਾਈਏ ਨਾ ਤੇ ਉਹ ਕਿੰਨਾ ਲੁਤਫ ਆਉਂਦਾ ਹੈ, ਕਿੰਨੀ ਮਿਠਾਸ ਹੈ ਉਹਦੇ ਵਿੱਚ, ਔਰ ਅਸੀਂ ਕਿਤਨੇ ਆਨੰਦ ਦੇ ਨਾਲ ਪੀਂਦੇ ਹਾਂ। ਤੇ ਜੇ ਅਸੀਂ ਉਸੇ ਹੀ ਦੁੱਧ ਦੇ ਵਿੱਚ ਕਿਤੇ ਕੋਈ ਕੜਵਾਹਟ ਭਰ ਦਈਏ ਤੇ ਉਹ ਦੁੱਧ ਕਿਸੇ ਦਾ ਮੂੰਹ ਲਾਉਣ ਨੂੰ ਦਿਲ ਨਹੀਂ ਕਰੇਗਾ। ਇਹ ਸਾਡਾ ਜੀਵਨ ਵੀ ਉਸ ਪਵਿੱਤਰ ਦੁੱਧ ਦੀ ਤਰ੍ਹਾਂ ਹੈ, ਜਿਹਦੇ ਵਿੱਚ ਅਸੀਂ ਕੜਵਾਹਟ ਨਹੀਂ ਮਿਲਾਉਣੀ, ਆਪਣੇ ਪਿਆਰ ਦੀ ਮਿਠਾਸ ਦੇਣੀ ਹੈ। ਜਿਸ ਨੂੰ ਵੀ ਮਿਲਣਾ ਹੈ ਇਹ ਕੋਸ਼ਿਸ਼ ਕਰਨੀ ਹੈ ਉਹਦੇ ਕੋਲੋਂ ਕੋਈ ਗੁਣ ਲੈ ਲਈਏ, ਤਾਂ ਕਿ ਸਾਡਾ ਜੀਵਨ ਸੰਵਰ ਸਕੇ। ਅਸੀਂ ਖਾਮੀਆਂ ਦੇ ਵਿੱਚ ਹੀ ਲੰਘ ਕੇ ਆਪਣੇ ਜੀਵਨ ਨੂੰ ਬਰਬਾਦ ਨਾ ਕਰੀਏ। ਗੁਰੂ ਦੇ ਦਰ ਤੇ ਵੀ ਆਈਏ ਤੇ ਕੋਈ ਐਸਾ ਸ਼ਬਦ, ਚਾਹੇ ਇੱਕ ਸ਼ਬਦ ਹੀ ਮਨ ਦੇ ਵਿੱਚ ਵਸਾ ਕੇ ਲਿਜਾਈਏ। ਆਪਣੇ ਜੀਵਨ ਨੂੰ ਸਵਾਰਨ ਦੇ ਲਈ ਇੱਕ ਦਿਨ ਦੇ ਵਿੱਚ ਇੱਕ ਸ਼ਬਦ ਕਾਫੀ ਹੈ। ਅਗਰ ਉਸ ਦਾ ਹੀ ਤੀਰ ਮਨ ਦੇ ਵਿੱਚ ਲੱਗ ਜਾਵੇ ਤੇ ਜ਼ਿੰਦਗੀ ਸਵਰ ਜਾਂਦੀ ਹੈ। ਇਸ ਲਈ ਬੇਨਤੀ ਇਹ ਹੈ ਕਿ ਜੋ ਵੀ ਸੁਣਨਾ ਹੈ ਉਹੀ ਸੁਣਨਾ ਹੈ ਜੋ ਸਾਡੇ ਜੀਵਨ ਨੂੰ ਪਵਿੱਤਰ ਬਣਾਉਂਦਾ ਹੈ।
ਕਿਸੇ ਦੀਆਂ ਖਾਮੀਆਂ ਦਾ ਲੁਤਫ ਅਸੀਂ ਨਹੀਂ ਲੈਣਾ। ਉਹ ਚਾਹੇ ਕੋਈ ਫਕੀਰ ਹੋਵੇ, ਚਾਹੇ ਕੋਈ ਸਾਈਂ ਹੋਵੇ, ਉਸ ਦਾ ਜੀਵਨ ਕੜਵਾਹਟ ਨਾਲ ਭਰ ਜਾਂਦਾ ਹੈ। ਆਓ ਪਿਤਾ ਜੀ ਕੀ ਫਰਮਾਨ ਕਰ ਰਹੇ ਹਨ। ਇਹ ਸੂਦਰ ਦੀ ਪੌੜੀ ਜੋ ਹੈ, ਇਹ ਸਾਰੀਆਂ ਪੌੜੀਆਂ ਨਾਲੋਂ ਵੱਡੀ ਹੈ। ਆਓ ਸਰਵਣ ਕਰਦੇ ਹਾਂ ਪਿਤਾ ਜੀ ਕੀ ਫਰਮਾਨ ਕਰਦੇ ਹਨ। ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੁਮਾਲੇ। ਵਾਜੇ ਨਾਦ ਅਨੇਕ ਅਸੰਖਾਂ, केते वावण हारे। केते राग परी स्यों कहियन, केते गावन हारे। गावे तुहनो पौन पानी बैसंतर, गावे राजा धर्म दुआरे। गावे चित गुप्त लिख जाने, लिख लिख धर्म विचारे। गावे ईसर बर्मा देवी, सोहन सदा सवारे। गावे इंदे दासन बैठे, देवतियां धर नाले। गावे सिद्ध समाधि अंदर, गावन साध विचारे। गावन जति सती संतोखी, गावे वीर करारे। गावन पंडित पढ़न रखीसर, जुग जुग वेदा नाले। गावे मोहनिया मन मोहन, सुरगा मछ प्याले। गावन रत्न उपाय तेरे, 68 तीर्थ नाले। गावे जोध महाबल सूरा, गावे खानी चारे। गावे खंड मंडल वर पंडा, कर कर रखे तारे। से तुदनो गावे जो तुद पावन, रते तेरे भगत रसाले। होर केते गावन से मैं चित न आवन, नानक क्या विचारे। सोई सोई सदा सच साहिब, साचा साची नाई। है पी होसी जाए न जासी, रचना जिन रचाई। रंगी रंगी पाती कर कर, जिनसी माया जिन उपाई। कर कर वेखै कीता अपना, जिम तिस दी वड्याई। जो तिस पावै सोई करसी, हुक्म न करना जाई। सो पातशाह साहा पत साहिब, नानक रहन रजाई। सो पातशाह साहा पत साहिब, नानक रहन रजाई। वाहिगुरु जी का खालसा, वाहिगुरु जी की फतेह। धन धन गुरु नानक देव जी महाराज फरमान करते हैं। सो दर केहा सो कर केहा, जित बै सर्ब संभाले। सो दर ये मुख वाक है जपजी साहिब दे अंदर, रहरास दे अंदर, आसा राग दे अंदर ये शब्द जो है गुरु साहिब ने उचारिया होया है। दर दर की है? दर है वो केंद्रीय स्थान, वो मरकज जिथे परमात्मा बैठ के सारे ही जीवां दी संभाल करता है। दर जो है, दर तो बिना घर नहीं और घर तो बिना दर नहीं। जिस घर दा दर ना होवे वो घर किसे काम दा नहीं, और जिस दा दर ही ना होवे वो घर कित्थों आना है। असी किते भी जांदे हां, असी सब तो पहला दर पुछदे हां, फिर असी घर पुछदे हां। रामकली के अंदर गुरु साहिब जी का फरमान है, जित दर वसे कवन दर कहिए, दरां भीतर दर कवन लहे। ओ परिपूर्ण परमात्मा का दर केड़ा है?
ਉਹ ਕਿਹੜਾ ਐਸਾ ਅੰਦਰਲਾ ਦਰਵਾਜ਼ਾ ਹੈ, ਦਰਾਂ ਭੀਤਰ ਦਰ, ਜੋ ਦਰਾਂ ਦੇ ਵੀ ਅੱਗੇ ਦਰ ਹੈ। ਉਹ ਐਸਾ ਦਰ ਕਿਹੜਾ ਹੈ ਜੋ ਪਰਿਪੂਰਨ ਪਰਮਾਤਮਾ ਦਾ ਹੈ। ਗੁਰੂ ਘਰ, ਦਰਬਾਰ ਸਾਹਿਬ, 4 ਦਰਵਾਜ਼ੇ ਹਨ ਉਸਦੇ। ਘਰ ਇੱਕ ਹੋ ਸਕਦਾ ਹੈ, ਦਰਵਾਜ਼ੇ ਉਸਦੇ ਵੱਖਰੇ ਵੱਖਰੇ ਹੋ ਸਕਦੇ ਹਨ, ਜ਼ਿਆਦਾ ਵੀ ਹੋ ਸਕਦੇ ਹਨ, ਪਰ ਉਸਦਾ ਮਕਸਦ ਕੀ ਹੈ? ਅਸੀਂ ਜਿਸ ਦਰ ਤੋਂ ਵੀ ਜਾਵਾਂਗੇ, ਅਸੀਂ ਉਸ ਘਰ ਦੇ ਅੰਦਰ ਪ੍ਰਵੇਸ਼ ਕਰਾਂਗੇ। ਹੁਣ ਗੁਰੂ ਸਾਹਿਬ, ਹਰਿਮੰਦਰ ਸਾਹਿਬ ਦੇ ਵਿੱਚ ਅਸੀਂ ਕਿਸੇ ਵੀ ਦਰ ਤੋਂ ਜਾਂਦੇ ਹਾਂ, ਅਸੀਂ ਪ੍ਰਵੇਸ਼ ਕਿੱਥੇ ਕਰਦੇ ਹਾਂ? ਹਰਿਮੰਦਰ ਸਾਹਿਬ ਦੇ ਅੰਦਰ। ਜਿਤ ਦੁਆਰੈ ਉਭਰੈ, ਦੁਆਰ ਹੈ ਉਹ ਦੁਆਰ ਜਿਹਦਾ ਪ੍ਰਵੇਸ਼ ਘਰ ਦੇ ਅੰਦਰ ਹੁੰਦਾ ਹੈ, ਔਰ ਘਰ ਦੇ ਅੰਦਰ ਜਾ ਕੇ ਹੀ ਪਤਾ ਲੱਗਦਾ ਹੈ ਉਸ ਘਰ ਦੀ ਸਜਾਵਟ ਕੀ ਹੈ, ਉਸ ਘਰ ਦੀਆਂ ਖੂਬੀਆਂ ਕੀ ਹਨ। ਉਹ ਸਾਰਾ ਇਨਸਾਨ ਨੂੰ ਦੁਆਰ ਦੇ ਅੰਦਰ ਜਾ ਕੇ ਹੀ ਮਿਲਦਾ ਹੈ। ਉਸ ਪਰਮਾਤਮਾ ਦਾ ਜੋ ਦੁਆਰ ਹੈ, ਉਸ ਤੇ ਪਹੁੰਚਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਰਾਹ ਹਨ। ਪਿਛਲੀਆਂ ਪੌੜੀਆਂ ਦੇ ਵਿੱਚ ਆ ਚੁੱਕਾ ਹੈ ਕਿ ਕੋਈ ਕਿਸੇ ਤਰ੍ਹਾਂ ਉਸ ਦਾ ਗਾਉਣ ਕਰ ਰਿਹਾ ਹੈ। ਜਿਤਨੀ ਕਿਸੇ ਨੂੰ ਸਮਝ ਹੈ, ਜਿਤਨੀ ਸਮਝ ਦੇ ਵਿੱਚ ਕਿਸੇ ਦੀ ਉਹ ਆਇਆ ਹੈ, ਉਹ ਉਸੇ ਤਰ੍ਹਾਂ ਹੀ ਉਸ ਦਾ ਜਾਪ ਕਰ ਰਿਹਾ ਹੈ। ਕੋਈ ਹਰੀ ਕਹਿ ਰਿਹਾ, ਕੋਈ ਰਾਮ ਕਹਿ ਰਿਹਾ, ਕੋਈ ਅੱਲਾ ਕਹਿ ਰਿਹਾ ਹੈ, ਕੋਈ ਬੀਠਲ ਕਹਿ ਰਿਹਾ ਹੈ। ਹਰ ਇੱਕ ਕੋਈ ਲੰਬੇ ਰਸਤੇ ਥਾਣੀ ਜਾ ਰਿਹਾ ਹੈ, ਕੋਈ ਸ਼ਾਰਟਕਟ ਜਾ ਰਿਹਾ ਹੈ। ਪਰ ਇੱਥੇ ਇੱਕ ਗੱਲ ਯਾਦ ਰੱਖਣ ਯੋਗ ਹੈ ਕਿ ਤਾਂਘ ਇੱਕ ਹੈ, ਕਿਉਂਕਿ ਉਹ ਪਰਿਪੂਰਨ ਪਰਮਾਤਮਾ ਇੱਕ ਹੈ। ਇਸ ਲਈ ਉਹ ਜਿਹੜੀ ਤਾਂਘ ਹੈ ਉਹ ਇੱਕ ਹੈ ਕਿ ਅਸੀਂ ਉਸ ਪਰਿਪੂਰਨ ਪਰਮਾਤਮਾ ਨੂੰ ਮਿਲਣਾ ਹੈ। ਪਰਮਾਤਮਾ ਕਿੱਥੇ ਰਹਿੰਦਾ ਹੈ? ਉਸ ਘਰ ਦੀਆਂ ਖੂਬੀਆਂ ਕਿਹੜੀਆਂ ਹਨ? ਉਸ ਦਾ ਦਰਵਾਜ਼ਾ ਕਿਹੜਾ ਹੈ? ਉਹ ਦਰ ਇਨਸਾਨ ਨੂੰ ਕਿਸ ਤਰ੍ਹਾਂ ਮਿਲਦਾ ਹੈ? ਇਨਸਾਨ ਜਦ ਤੱਕ ਦੁਨੀਆ ਤੋਂ ਉਪਰਾਮ ਨਹੀਂ ਹੁੰਦਾ। 2 ਦਰ ਹਨ। ਇੱਕ ਦਰ ਜੋ ਹੈ ਉਹ ਸੰਸਾਰ ਦੀ ਤਰਫ ਜਾਂਦਾ ਹੈ, ਦੂਸਰਾ ਦਰ ਜੋ ਹੈ ਉਹ ਕਰਤਾਰ ਦੀ ਤਰਫ ਜਾਂਦਾ ਹੈ। ਔਰ ਜੋ ਸੰਸਾਰ ਦੇ ਵਿੱਚ ਉਲਝ ਗਿਆ, ਉਹ ਕਰਤਾਰ ਦੇ ਦਰ ਨੂੰ ਨਹੀਂ ਪਛਾਣ ਸਕਦਾ। ਔਰ ਜੋ ਕਰਤਾਰ ਦੇ ਦਰ ਵੱਲ ਚਲੇ ਗਿਆ, ਉਸਨੂੰ ਸੰਸਾਰ ਦੀ ਪਰਵਾਹ ਨਹੀਂ। ਜਿਸ ਤਰ੍ਹਾਂ ਬਾਬਾ ਜੀ ਨੇ ਭਗਤ ਪੀਪਾ ਜੀ ਦਾ ਹੁਣੇ ਹੀ ਉਦਾਹਰਨ ਦਿੱਤੀ ਹੈ। ਜਿਸ ਨੂੰ ਗੁਰੂ ਨਾਲ ਪਿਆਰ ਹੈ, ਉਸਨੂੰ ਸੰਸਾਰ ਦੀ ਪਰਵਾਹ ਨਹੀਂ ਹੁੰਦੀ। ਔਰ ਉਹ ਦਰ ਜੋ ਹੈ ਉਹ ਸਾਨੂੰ ਉਪਰਾਮ ਹੋ ਕੇ ਮਿਲਦਾ ਹੈ। ਗੁਰਬਾਣੀ ਦਾ ਮਤਲਬ ਕੀ ਹੈ ਪੜ੍ਹਨ ਦਾ? ਉਸ ਪ੍ਰਭੂ ਦਾ ਨਾਮ ਬਾਰ-ਬਾਰ ਚਿਤਵਣ ਦਾ ਕੀ ਮਤਲਬ ਹੈ? ਕਿ ਅਸੀਂ ਬਾਰ-ਬਾਰ ਉਸ ਪਿਤਾ ਦਾ ਜੋ ਹੈ ਅਸੀਂ ਨਾਮ ਜਪਦੇ ਹਾਂ। ਉਸ ਦਾ ਮਤਲਬ ਇਹ ਹੈ ਕਿ ਸਾਨੂੰ ਇਹ ਸਮਝ ਆ ਜਾਵੇ ਇੱਕ ਦਿਨ ਕਿ ਇਹ ਜੋ ਸੰਸਾਰ ਹੈ ਇਹਦੇ ਵਿੱਚ ਕੁਝ ਨਹੀਂ ਹੈ। ਉਹ ਜਦੋਂ ਜਿੱਦਾਂ ਵੀ ਅਸੀਂ ਬਾਣੀ ਪੜ੍ਹਦੇ ਹਾਂ, ਉਸ ਗੁਰੂ ਦੇ ਨਾਲ ਜਿਸ ਤਰ੍ਹਾਂ ਵੀ ਅਸੀਂ ਜੁੜਦੇ ਹਾਂ, ਉਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ ਉਹ ਪਰਵਿਰਤ ਹੁੰਦਾ ਹੈ। ਇੱਕ ਇਨਸਾਨ ਅੱਜ ਸ਼ਰਾਬ ਪੀਂਦਾ ਹੈ, ਸਭ ਕੁਝ ਕਰਦਾ ਹੈ, ਗੁਰੂ ਦੇ ਦਰ ਤੇ ਆਉਂਦਾ, ਐਸੀ ਚੋਟ ਵੱਜੀ, ਉਹ ਸਭ ਕੁਝ ਭੁੱਲ ਗਿਆ। ਉਹ ਇਨਸਾਨ ਨਹੀਂ ਬਦਲਿਆ, ਉਸ ਦੀ ਸੋਚ ਬਦਲ ਗਈ ਹੈ। ਔਰ ਸੋਚ ਜੋ ਹੈ, ਸੱਚ ਦੀ ਸੋਚ ਹੀ ਇਨਸਾਨ ਨੂੰ ਪਰਮਾਤਮਾ ਤੱਕ ਲੈ ਕੇ ਜਾ ਸਕਦੀ ਹੈ। ਜੋ ਸੱਚ ਹੈ, ਧਰਮ, ਸਭ ਤੋਂ ਪਹਿਲਾਂ ਧਰਮ ਦਾ ਮਤਲਬ ਹੀ ਇਹ ਹੈ ਸੱਚ। ਔਰ ਉਸ ਸੱਚ ਦੇ ਅਸੀਂ ਦਰਵਾਜ਼ੇ ਨੂੰ ਲੱਭਣਾ ਹੈ। ਜਿਤ ਦਰ ਵਸੈ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ। ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਕਿ ਕੋਈ ਮੈਨੂੰ ਉਸ ਪਿਆਰੇ ਦਾ ਦਰ ਦੱਸ ਦੇਵੇ, ਕੋਈ ਮੈਨੂੰ ਉਸ ਦਾ ਰਸਤਾ ਦੱਸ ਦੇਵੇ ਕਿ ਉਹ ਕਿੱਥੇ ਰਹਿੰਦਾ ਹੈ, ਕਿਉਂਕਿ ਉਹ ਸਮਝ ਦੇ ਵਿੱਚ ਨਹੀਂ ਹੈ। ਸਰੀਰ ਜੋ ਹੈ ਇਹ ਇੱਕ ਗੁਫਾ ਹੈ। ਉਪਰਾਮ ਹੋਏ ਤੋਂ ਬਿਨਾ
ਅਸੀਂ ਉਸ ਦਰ ਦੀ ਭਾਲ ਨਹੀਂ ਕਰ ਸਕਦੇ। ਜਦ ਤੱਕ ਸੰਸਾਰ ਦੀ ਖਿੱਚ ਹੈ ਅਸੀਂ ਉਸ ਦਰ ਤੱਕ ਨਹੀਂ ਪਹੁੰਚ ਸਕਦੇ। ਸੰਸਾਰ ਦੀ ਖਿੱਚ ਜੋ ਹੈ ਉਹ ਆਪਣੇ ਦੁਆਰਾ ਲੈ ਕੇ ਜਾਂਦੀ ਹੈ। ਗੁਰੂ ਸਾਹਿਬ ਜੀ ਦਾ ਫਰਮਾਨ ਹੈ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਹੁਣ ਪ੍ਰਗਟ 9 ਦੁਆਰੇ, ਅੱਖਾਂ ਹਨ, ਕੰਨ ਹਨ, ਨੱਕ ਹਨ, ਮੂੰਹ ਹੈ। ਇਹ 9 ਦੁਆਰੇ ਜੋ ਹਨ ਇਹ ਪ੍ਰਗਟ ਹਨ। ਹੁਣ ਜਿਹੜੀ ਚੀਜ਼ ਪ੍ਰਗਟ ਹੈ ਉਹ ਕੀ ਦੇਖ ਸਕਦੀ ਹੈ? ਉਸੇ ਨੂੰ ਹੀ ਦੇਖ ਸਕਦੀ ਹੈ ਜੋ ਪ੍ਰਗਟ ਹੈ, ਜੋ ਸਾਹਮਣੇ ਹੈ। ਅੱਖ ਉਹ ਕੁਛ ਹੀ ਦੇਖੇਗੀ ਜੋ ਸਾਡੇ ਸਾਹਮਣੇ ਆ ਰਿਹਾ ਹੈ, ਕਿਉਂਕਿ ਪ੍ਰਗਟ ਦਾ ਸੰਬੰਧ ਪ੍ਰਗਟ ਦੇ ਨਾਲ ਹੈ। ਇਹ ਦੁਆਰ ਬਾਹਰ ਵੱਲ ਖੁੱਲ੍ਹਦੇ ਹਨ। ਇਹਨਾਂ ਦਾ ਜੋ ਦੁਆਰ ਬਾਹਰ ਖੁੱਲ੍ਹਦਾ ਹੈ ਇਹ ਬਾਹਰ ਵੱਲ ਦੇਖਦੇ ਹਨ, ਔਰ ਉਹੀ ਚੀਜ਼ ਅੱਖ ਦੇਖ ਸਕਦੀ ਹੈ ਜੋ ਉਸਦੇ ਸਾਹਮਣੇ ਪ੍ਰਗਟ ਹੈ। ਪ੍ਰਗਟ ਤੋਂ ਬਿਨਾਂ ਉਹ ਕੁਛ ਨਹੀਂ ਦੇਖ ਸਕਦਾ। ਕੰਨ ਜੋ ਹੈ, ਹੁਣ ਅੱਖ ਹੀ ਹੈ। ਇਨਸਾਨ ਬਾਹਰ ਕਿਤੇ ਕੋਈ ਮਲ ਮੂਤਰ ਪਿਆ ਹੈ, ਕੋਈ ਐਸੀ ਚੀਜ਼ ਹੈ, ਇਨਸਾਨ ਦਾ ਦੇਖ ਕੇ ਅੱਖਾਂ ਦੇਖਦੀਆਂ ਹਨ, ਮਨ ਕਰਹਿਤ ਜਾਂਦਾ ਹੈ, ਕਿਉਂਕਿ ਉਸ ਦਾ ਸਾਹਮਣੇ ਪ੍ਰਗਟ ਦੇ ਨਾਲ ਸੰਬੰਧ ਹੈ। ਅੱਖਾਂ ਸਾਹਮਣੇ ਚੀਜ਼ ਨੂੰ ਦੇਖ ਰਹੀਆਂ ਹਨ। ਪਰ ਇਨਸਾਨ ਦੇ ਅੰਦਰ ਕਿਤਨਾ ਕੁਛ ਹੈ, ਅੱਖਾਂ ਦੇਖ ਨਹੀਂ ਰਹੀਆਂ, ਇਸ ਕਰਕੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਗਿਆਨ ਨਹੀਂ ਹੈ, ਕਿਉਂਕਿ ਜੋ ਅੰਦਰ ਦੀ ਚੀਜ਼ ਹੈ, ਪ੍ਰਗਟ ਬਾਹਰ ਦਾ ਸੰਬੰਧ ਹੈ ਉਹਦਾ, ਉਹ ਅੰਦਰ ਨੂੰ ਨਹੀਂ ਕਦੇ ਦੇਖ ਸਕਦਾ। ਕੰਨ ਹਨ, ਇਹ ਬਾਹਰ ਦੀ ਹਰ ਚੀਜ਼ ਨੂੰ ਸੁਣਦੇ ਹਨ, ਹਰ ਆਵਾਜ਼ ਨੂੰ ਸੁਣਦੇ ਹਨ, ਪਰ ਦਿਲ ਹਿਰਦੇ ਦੇ ਵਿੱਚ ਧੱਕ ਧੱਕ ਕਰ ਰਿਹਾ ਹੈ। ਕਦੇ ਇਹਨਾਂ ਕੰਨਾਂ ਨੇ ਸੁਣਿਆ ਹੈ? ਉਸਦੀ ਆਵਾਜ਼ ਇਸ ਨੂੰ ਕਦੇ ਨਹੀਂ ਸੁਣਦੀ, ਕਿਉਂਕਿ ਇਸ ਦਾ ਸੰਬੰਧ ਜੋ ਹੈ ਪ੍ਰਗਟ ਨਾਲ ਹੈ। ਨੱਕ ਵੀ ਹੈ, ਇਹ ਬਾਹਰ ਦੀਆਂ ਚੀਜ਼ਾਂ ਨੂੰ ਦੇਖ ਕੇ ਸੁੰਘ ਲੈਂਦਾ ਹੈ ਤੇ ਉਸ ਦਾ ਗਿਆਨ ਹੋ ਜਾਂਦਾ ਹੈ। ਪਰ ਜੇ ਅੰਦਰ ਦਾ ਹੀ ਕੋਈ ਰੂਪ ਬਾਹਰ ਆ ਜਾਵੇ ਤੇ ਇਹ ਨੱਕ ਜਿਹੜੀ ਹੈ, ਇਹ ਨਾਸਿਕਾ ਜਿਹੜੀ ਹੈ ਉਹ ਪਰੇਸ਼ਾਨ ਹੋ ਜਾਂਦੀ ਹੈ, ਉਸ ਨੂੰ ਦੇਖ ਨਹੀਂ ਸਕਦੀ, ਚੱਲ ਨਹੀਂ ਸਕਦੀ, ਕਿਉਂਕਿ ਉਸ ਦੀ ਜਿਹੜੀ ਬਦਬੂ ਹੈ ਉਸ ਨੂੰ ਪਰੇਸ਼ਾਨ ਕਰ ਦਿੰਦੀ ਹੈ। ਪਰਮਾਤਮਾ ਜੋ ਹੈ ਉਹ ਗੁਪਤ ਹੈ। ਰਾਮ ਨਾਮ ਰਤਨ ਕੋਠੜੀ, ਗ੍ਰਹਿ ਮੰਦਰ ਏਕ ਲੁਕਾਨੀ। ਉਹ ਲੁਕਿਆ ਬੈਠਾ ਹੈ। ਉਹ ਪਰਮਾਤਮਾ ਜੋ ਹੈ ਉਹ ਅੰਦਰ ਲੁਕਿਆ ਬੈਠਾ ਹੈ। ਉਸ ਨੂੰ ਪਛਾਣਨ ਦੇ ਲਈ ਅਸੀਂ ਕੀ ਕਰ ਸਕਦੇ ਹਾਂ? ਹੁਣ ਦਿਲ ਸਭ ਤੋਂ ਨਾਜ਼ੁਕ ਚੀਜ਼ ਹੈ। ਅਸੀਂ ਸ਼ਬਦ ਬੋਲਦੇ ਹਾਂ। ਦਾਸ ਨੇ ਸ਼ਬਦ ਬੋਲਿਆ, ਉਹ ਪਵਨ ਤੇ ਸਵਾਰ ਹੋਇਆ, ਹਵਾ ਤੇ ਸਵਾਰ ਹੋਇਆ, ਦੂਸਰੇ ਦੇ ਕੰਨਾਂ ਤੱਕ ਪਹੁੰਚ ਗਿਆ। ਦੂਸਰੇ ਨੇ ਉਹ ਬੋਲਿਆ, ਪਵਨ ਤੇ ਸਵਾਰ ਹੋਇਆ, ਦੂਸਰੇ ਦੇ ਸਵਰਾਂ ਤੱਕ ਪਹੁੰਚ ਗਿਆ। ਔਰ ਕੋਈ ਕਿਤੇ ਕੋਈ ਸ਼ਬਦ ਦਿਲ ਦੇ ਅਨੁਕੂਲ ਨਾ ਹੋਵੇ, ਕੋਈ ਕਿਤੇ ਕੋਈ ਕੌੜਾ ਸ਼ਬਦ ਬੋਲ ਦੇਵੇ, ਅਸੀਂ ਕਹਿ ਦਿੰਦੇ ਹਾਂ ਤੂੰ ਐਸੀ ਗੱਲ ਕੀਤੀ ਹੈ, ਮੇਰਾ ਦਿਲ ਟੁੱਟ ਗਿਆ ਹੈ। ਹੁਣ ਜਿਸ ਚੀਜ਼ ਨੂੰ ਇੱਕ ਹਵਾ ਹੀ ਕਿਤਨੀ ਨਾਜ਼ੁਕ ਹੈ ਉਹ ਤੋੜ ਸਕਦੀ ਹੈ, ਤੇ ਉਹ ਪਰਮਾਤਮਾ ਜੋ ਹੈ ਉਹ ਦਿਲ ਦੇ ਉੱਪਰ ਬੈਠਾ ਹੈ। ਗੁਰੂ ਸਾਹਿਬ ਦਾ ਫਰਮਾਨ ਹੈ, ਦਿਲ ਮੈਂ ਖੋਜ ਦਿਲੋਂ ਦਿਲ ਖੋਜੋ, ਇਹੀ ਠੌਰ ਮੁਕਾਮਾ। ਸਾਡਾ ਜਿਹੜਾ ਮੁਕਾਮ ਹੈ ਉਹ ਇਹੀ ਹੈ, ਉਸ ਪਰਮਾਤਮਾ ਦਾ ਮੁਕਾਮ ਇਹੀ ਹੈ। ਉਹ ਦਿਲ ਦੇ ਉੱਤੇ ਰਹਿੰਦਾ ਹੈ, ਇਸ ਨਾਜ਼ੁਕ ਦਿਲ ਦੇ ਉੱਤੇ ਰਹਿੰਦਾ ਹੈ। ਉਹ ਪਰਿਪੂਰਨ ਪਰਮਾਤਮਾ ਵਾਸ ਕਰਦਾ ਹੈ। ਹੁਣ ਅਸੀਂ ਉਸ ਨੂੰ ਜੋ ਹੈ ਉਹ ਕਿਸ ਤਰ੍ਹਾਂ, ਇਹ ਪ੍ਰਗਟ ਚੀਜ਼ਾਂ ਤੇ ਦੇ ਨਹੀਂ ਸਕਦਾ ਨਾ, ਪ੍ਰਗਟ ਚੀਜ਼ਾਂ ਤੇ ਉਸ ਨੂੰ ਦਿਲ ਨੂੰ ਦੇਖ ਨਹੀਂ ਸਕਦੀਆਂ, ਕੀ ਅੰਦਰ ਹੋ ਰਿਹਾ ਹੈ ਉਹ ਦੇਖ ਨਹੀਂ ਸਕਦੀਆਂ, ਉਸ ਦੇ ਲਈ ਕੀ ਹੈ। ਹੁਣ ਜਿਹੜੀ ਚੀਜ਼ ਗੁਪਤ ਹੈ ਉਹਦਾ ਦਰਵਾਜ਼ਾ ਵੀ ਗੁਪਤ ਹੋਵੇਗਾ, ਕਿਉਂਕਿ ਸਾਹਮਣੇ ਦੇ ਦਰਵਾਜ਼ੇ ਥਾਣੀ ਤੇ ਅਸੀਂ ਜਾ ਨਹੀਂ ਸਕਦੇ। ਜੇ ਕੋਈ ਚੀਜ਼ ਲੁਕਾ ਕੇ ਰੱਖੀ ਹੈ ਘਰ ਦੇ ਵਿੱਚ ਕਿਸੇ ਅਲਮਾਰੀ ਦੇ ਵਿੱਚ, ਤੇ ਅਸੀਂ ਉਸ ਅਲਮਾਰੀ ਨੂੰ ਵੀ ਜਿੰਦਰਾ ਲਾਇਆ ਹੋਇਆ ਹੈ। ਜਦੋਂ ਅਸੀਂ ਘਰ ਦੇ ਵਿੱਚ ਪ੍ਰਵੇਸ਼ ਕਰਾਂਗੇ, ਅਸੀਂ ਉਸ ਅਲਮਾਰੀ ਨੂੰ ਜੇ ਖੋਲ੍ਹਣਾ ਹੈ ਤਾਂ ਸਾਨੂੰ ਪਹਿਲਾਂ ਉਹਦੀ ਚਾਬੀ ਲੱਭਣੀ ਪੈਗੀ। ਅਸੀਂ ਘਰ ਦੇ ਅੰਦਰ ਵੜ ਕੇ ਡਾਇਰੈਕਟ ਉਸ ਨੂੰ ਨਹੀਂ ਕਦੇ ਖੋਲ੍ਹ ਸਕਦੇ। ਹੁਣ ਉਹ ਜੋ ਅੰਦਰ ਵੜਿਆ ਬੈਠਾ ਹੈ ਪਰਮਾਤਮਾ ਉਸ ਦਿਲ ਦੇ ਅੰਦਰ, ਹੁਣ ਉਹਦੇ ਲਈ ਉਹ ਗੁਪਤ ਹੈ। ਹੁਣ ਉਹਦਾ ਜੋ ਰਸਤਾ ਹੈ ਉਹ ਵੀ ਗੁਪਤ ਹੋਵੇਗਾ। ਉਸ ਗੁਪਤ ਨੂੰ ਪਛਾਣਨ ਦੇ ਲਈ ਸਾਨੂੰ ਕਿੱਥੇ ਆਉਣਾ ਪਵੇਗਾ? ਸਾਨੂੰ ਗੁਰੂ ਕੋਲ ਆਉਣਾ ਚਾਹੀਦਾ। ਜਿਸ ਤਰ੍ਹਾਂ ਉਹ ਅਲਮਾਰੀ ਨੂੰ ਖੋਲ੍ਹਣ ਦੇ ਲਈ ਸਾਨੂੰ ਚਾਬੀ ਦੀ ਜ਼ਰੂਰਤ ਹੈ,
ਜਿਹੜੀ ਉਸ ਪਰਮਾਤਮਾ ਤੱਕ ਪਹੁੰਚਣ ਦੀ ਚਾਬੀ ਕਿਹਦੇ ਕੋਲ ਹੈ? ਉਸ ਪਰਿਪੂਰਨ ਪਰਮਾਤਮਾ ਕੋਲ, ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਹੈ ਉਹ ਚਾਬੀ, ਜਿੱਥੋਂ ਅਸੀਂ ਲੈ ਕੇ ਉਸ ਪਰਮਾਤਮਾ ਦੇ ਨਾਲ ਮਿਲਣਾ ਹੈ। 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ, ਸੋ ਦਰ ਕੋਈ ਆਏ ਕਹੇ। ਕੀ ਕਹਿੰਦੇ? ਗੁਰਦੁਆਰੇ ਲਾਈ ਭਾਵਨੀ, ਇੱਕ ਨਾ 10ਵਾਂ ਦੁਆਰ ਦਿਖਾਇਆ। ਪੈ ਅਨੇਕ ਰੂਪ ਨਾਉ ਨਮਨਿਦ, ਤਾਕਾ ਅੰਤ ਨਾ ਜਾਈ ਪਾਇਆ। ਉਸ ਦਾ ਜਿਹੜਾ ਰੂਪ ਹੈ ਉਹ ਬਹੁਤ ਹੀ ਜ਼ਿਆਦਾ ਹੈ, ਉਸ ਦੇ ਰੂਪ ਅਨੇਕ ਹਨ। ਉਹ ਦਰਵਾਜ਼ਾ ਕਿਹੜਾ ਹੈ? ਉਹ ਹੈ ਸੁਰਤ ਦਾ ਦਰਵਾਜ਼ਾ। ਸੁਰਤ ਦਾ ਦਰਵਾਜ਼ਾ ਖੋਲ ਕੇ, ਧਿਆਨ ਦਾ ਦਰਵਾਜ਼ਾ ਖੋਲ ਕੇ ਹੀ ਅਸੀਂ ਉਸ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ। ਧਿਆਨ ਦੇ ਨਾਲ ਹੀ ਅਸੀਂ ਉਸ ਧਿਆਨ ਦੇ ਵਿੱਚ ਜਾ ਕੇ ਅਸੀਂ ਕੀ ਦੇਖਾਂਗੇ? ਅਸੀਂ ਹੁਣ ਉਸ ਦਰਵਾਜ਼ੇ ਦੇ ਅੰਦਰ, ਉਸ ਗੁਪਤ ਦਰਵਾਜ਼ੇ ਦੇ ਅੰਦਰ ਜਦੋਂ ਵੜਾਂਗੇ, ਫਿਰ ਕੀ ਹੈ? ਸਾਨੂੰ ਉਸ ਘਰ ਦੀਆਂ ਖੂਬੀਆਂ, ਸਾਨੂੰ ਉਸ ਘਰ ਦੇ ਬਾਰੇ ਵਿੱਚ ਗਿਆਨ ਹੋਵੇਗਾ। ਪਰ ਉਹ ਸੁਰਤੀ ਦਾ ਦਰਵਾਜ਼ਾ ਖੋਲ੍ਹਣ ਦੇ ਲਈ ਸਾਨੂੰ ਪਹਿਲਾਂ ਇਹ 9 ਦੁਆਰੇ ਬੰਦ ਕਰਨੇ ਪੈਣਗੇ। ਜਦ ਤੱਕ ਇਹ ਸਾਡੇ 9 ਦੁਆਰੇ ਬੰਦ ਨਹੀਂ ਹੁੰਦੇ, ਉਦੋਂ ਤੱਕ ਅਸੀਂ ਉਸ 10ਵੇਂ ਦੁਆਰ ਨੂੰ ਖੋਲ੍ਹ ਨਹੀਂ ਸਕਦੇ। ਫਿਰ ਉਹੀ ਗੱਲ ਆ ਜਾਂਦੀ ਹੈ ਕਿ 2 ਦਰ ਹਨ। ਜਾਂ ਤੇ ਉਹਨਾਂ 9 ਦਰਾਂ ਨੂੰ ਅਪਣਾ ਲਓ, ਖੋਲ੍ਹ ਕੇ ਉਹਨਾਂ ਨੂੰ ਇਸ ਸੰਸਾਰ ਦੇ ਵਿੱਚ ਜੀਵਨ ਜੀ ਲਓ, ਤੇ ਜਾਂ ਉਹਨਾਂ 9 ਨੂੰ ਬੰਦ ਕਰਕੇ ਉਹ 10ਵਾਂ ਦੁਆਰ ਜੋ ਸੁਰਤ ਦਾ ਦਰਵਾਜ਼ਾ ਹੈ, ਜੋ ਸੁਰਤ ਦਾ ਦਰ ਹੈ, ਉਸ ਨੂੰ ਖੋਲ੍ਹ ਕੇ ਉਸ ਪਰਿਪੂਰਨ ਪਰਮਾਤਮਾ ਨੂੰ ਤੁਸੀਂ ਧਿਆਨ ਦਾ ਦਰਵਾਜ਼ਾ, ਇਕਾਗਰਤਾ ਦਾ ਦਰਵਾਜ਼ਾ ਖੋਲ੍ਹ ਸਕਦੇ ਹਾਂ। ਹੁਣ ਗੁਰੂ ਬਹੁਤ ਵੱਡਾ ਹੈ, ਉਹ ਪਰਿਪੂਰਨ ਪਰਮਾਤਮਾ ਬਹੁਤ ਵੱਡਾ ਹੈ। ਹੁਣ ਜਦੋਂ ਅਸੀਂ ਉਸ ਦੇ ਅੰਦਰ ਜਾਵਾਂਗੇ, ਧਿਆਨ ਦੇ ਦਰਵਾਜ਼ੇ ਵਿੱਚ ਅੰਦਰ ਜਾਵਾਂਗੇ, ਘਰ ਦੀ ਜੋ ਸਜਾਵਟ ਹੈ ਉਸ ਨੂੰ ਅਸੀਂ ਦੇਖ ਸਕਾਂਗੇ। ਫਿਰ ਕੀ ਹੈ? ਅਸੀਂ ਘਰ ਦੇ ਵਿੱਚ ਹਰ ਕੋਨੇ ਨੂੰ ਦੇਖ ਸਕਾਂਗੇ। ਹਰ ਕੋਨੇ ਦੇ ਵਿੱਚ ਕਿਹੜੀ ਸਜਾਵਟ ਪਈ ਹੋਈ ਹੈ, ਅਸੀਂ ਉਸ ਨੂੰ ਦੇਖ ਸਕਾਂਗੇ। ਘਰ ਦੀ ਸਜਾਵਟ, ਗੁਰੂ ਦਾ ਜੋ ਹੈ ਉਹ ਮਾਹੌਲ ਕੀ ਹੈ? ਵਾਜੇ ਤੇਰੇ ਨਾਦ ਅਨੇਕ ਅਸੰਖ, ਕੁਦਰਤ ਕਰਕੇ ਵਸਿਆ, ਇਹ ਜਗ ਸੱਚੇ ਦੀ ਹੈ ਕੋਠੜੀ, ਸੱਚੇ ਦਾ ਵਿੱਚ ਵਾਸ, ਬਲਿਹਾਰੀ ਕੁਦਰਤ ਵਸਿਆ। ਇਹ ਸਾਰੀ ਕਾਇਨਾਤ ਜੋ ਹੈ ਉਸ ਦਾ ਘਰ ਹੈ, ਔਰ ਜੋ ਸੁਰਤ ਹੈ, ਜੋ ਧਿਆਨ ਹੈ, ਉਹ ਇਸ ਦਾ ਦਰਵਾਜ਼ਾ ਹੈ। ਹੁਣ ਅਸੀਂ ਜਦੋਂ ਇਸ ਧਿਆਨ ਦੇ ਦਰਵਾਜ਼ੇ ਰਾਹੀਂ ਅੰਦਰ ਜਾਵਾਂਗੇ, ਅਸੀਂ ਉਸ ਪਿਤਾ ਦੀ ਖੂਬਸੂਰਤੀ ਨੂੰ ਦੇਖ ਸਕਾਂਗੇ, ਉਸ ਪਿਆਰੇ ਦੇ ਰੰਗ, ਉਸ ਪਿਆਰੇ ਦੀ ਕੁਦਰਤ ਨੂੰ ਦੇਖਾਂਗੇ। ਹੁਣ ਜਦੋਂ ਅਸੀਂ ਉੱਥੇ ਜਾਵਾਂਗੇ, ਉੱਥੇ ਕੀ ਹੋਇਆ? ਇਹ ਅੱਖਾਂ ਦਾ ਜੋ ਧਿਆਨ ਹੈ, ਜਦੋਂ ਅਸੀਂ ਸੁਰਤ ਦੇ ਦਰਵਾਜ਼ੇ ਦੇ ਰਾਹੀਂ ਗਏ, ਇਹਨਾਂ ਅੱਖਾਂ ਦਾ ਧਿਆਨ ਬਦਲ ਗਿਆ। ਇਹਨਾਂ ਦੀ ਦੇਖਣੀ ਜਿਹੜੀ ਸੀ ਪਰਵਿਰਤ ਹੋ ਗਈ। ਹੁਣ ਕੁਦਰਤ ਦਾ ਕੋਈ ਵੀ ਐਸਾ ਨਜ਼ਾਰਾ ਨਹੀਂ ਹੋਵੇਗਾ ਜਿਹਦੇ ਵਿੱਚੋਂ ਤੈਨੂੰ ਉਹ ਪਰਿਪੂਰਨ ਪਰਮਾਤਮਾ ਨਹੀਂ ਦਿਸੇਗਾ। ਹੁਣ ਉਸ ਘਰ ਦੇ ਤੂੰ ਅੰਦਰ ਚਲੇ ਗਿਆ ਹੈ, ਜੇ ਧਿਆਨ ਵਿੱਚ ਪ੍ਰਭੂ ਆ ਗਿਆ ਹੈ, ਕੁਦਰਤ ਹਰ ਹਿੱਸੇ ਵਿੱਚ, ਉਹਦੀ ਖੂਬਸੂਰਤੀ ਹਰ ਹਿੱਸੇ ਦੇ ਵਿੱਚ ਹੈ। ਉਹ ਘਰ ਦਾ ਹਰ ਇੱਕ ਚੀਜ਼ ਜੋ ਹੈ ਉਹ ਨਜ਼ਰ ਆਵੇਗੀ। ਗੁਰੂ ਦਾ ਫਰਮਾਨ ਹੈ ਕਿ ਜਦੋਂ ਮਿਹਰ ਤੇ ਰਹਿਮਤ ਹੁੰਦੀ ਹੈ, ਉਦੋਂ ਹੀ ਅੱਖਾਂ ਦਾ ਧਿਆਨ ਬਦਲ ਸਕਦਾ ਹੈ। ਜੇ ਉਸ ਗੁਰੂ ਦੀ ਰਹਿਮਤ ਨਹੀਂ ਹੈ, ਉਸ ਗੁਰੂ ਦਾ ਪਿਆਰ ਹਿਰਦੇ ਦੇ ਵਿੱਚ ਨਹੀਂ ਹੈ, ਤੇ ਉਹ ਨਜ਼ਰ ਸਾਡੀ ਕਦੇ ਨਹੀਂ ਬਦਲ ਸਕਦੀ। ਇਹ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਸਾਨੂੰ ਉਹ ਰੂਪ ਉਸ ਸੁਰਤ ਦੇ ਦਰਵਾਜ਼ੇ ਦੇ ਅੰਦਰ ਵੜ ਕੇ, ਉਸ ਪਰਿਪੂਰਨ ਪਰਮਾਤਮਾ ਦੇ ਘਰ ਦੇ ਅੰਦਰ ਵੜ ਕੇ, ਫਿਰ ਇਸ ਕੁਦਰਤ ਦੇ ਵਿੱਚ, ਉਸ ਕੁਦਰਤ ਦੇ ਜੀਵਾਂ ਦੇ ਵਿੱਚ ਸਾਨੂੰ ਉਸ ਪਰਮਾਤਮਾ ਉਹ ਜੋ ਹੈ ਉਹ ਨਜ਼ਰ ਆਵੇਗਾ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ਼। ਫਿਰ ਕੀ ਹੈ? ਫਿਰ ਸਾਨੂੰ ਪਤਾ ਲੱਗ ਜਾਏਗਾ। ਉਹ ਕਿਸੇ ਗੁਰਦੁਆਰੇ ਦੇ ਵਿੱਚ ਨਹੀਂ ਹੈ, ਉਹ ਕਿਸੇ ਮੰਦਿਰ ਦੇ ਵਿੱਚ ਨਹੀਂ ਹੈ, ਉਹ ਕਿਸੇ ਜੰਗਲ ਦੇ ਵਿੱਚ ਨਹੀਂ ਹੈ। ਫਿਰ ਕੀ ਗੁਰਬਾਣੀ ਕਹਿੰਦੀ? ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਵੇ। ਉੱਥੇ ਤੇ ਅਸੀਂ ਤਾਂ ਜਾਈਏ ਨਾ ਜੋ ਇੱਥੇ ਨਾ ਹੋਵੇ। ਉਹ ਤੇ ਕੋਈ ਕਣ ਐਸਾ ਹੈ ਹੀ ਨਹੀਂ ਜਿੱਥੇ ਉਹ ਪਰਿਪੂਰਨ ਪਰਮਾਤਮਾ ਹੈ ਨਹੀਂ। ਅਸੀਂ ਕਿੱਥੇ ਲੱਭਦੇ ਹਾਂ? ਉਹ ਤੇ ਹਰ ਜਗ੍ਹਾ, ਹਰ ਹਿਰਦੇ ਦੇ ਵਿੱਚ, ਹਰ ਕਣ ਕਣ ਦੇ ਵਿੱਚ, ਇੱਕ ਰੇਤ ਦੇ ਜ਼ਰਰੇ ਵਿੱਚ ਵੀ ਉਹ ਪਰਮਾਤਮਾ ਹੈ, ਜੋ ਹਵਾ ਦੇ ਵਿੱਚ ਉਡਾ ਕੇ ਉਸ ਨੂੰ ਫੇਰ ਕਿਤੇ ਲਿਜਾ ਕੇ ਰੱਖ ਦਿੰਦਾ ਹੈ। ਉਹਦੀ ਸੰਭਾਲ ਕੌਣ ਕਰਦਾ? ਉਸ ਜ਼ਰਰੇ ਦੀ ਸੰਭਾਲ ਵੀ ਉਹ ਪਰਮਾਤਮਾ ਕਰਦਾ ਹੈ।
ਫਿਰ ਅਸੀਂ ਉਸ ਪਰਮਾਤਮਾ ਨੂੰ ਜੋ ਹੈ ਉਹ ਮਿਲ ਸਕਾਂਗੇ। ਸੋ ਦਰ ਕੇਹਾ ਸੋ ਕਰ ਕੇਹਾ ਜਿਤ ਬੈ ਸਰਬ ਸੰਭਾਲੇ। ਫਿਰ ਉਹ ਪਤਾ ਲੱਗ ਗਿਆ ਕਿ ਉਹ ਪਰਿਪੂਰਨ ਪਰਮਾਤਮਾ ਕਿੱਥੇ ਬੈਠਾ ਹੈ, ਉਹ ਕਿਹੜਾ ਨਿਜ਼ਾਮ ਹੈ ਉਹ ਜੋ ਚਲਾ ਰਿਹਾ ਹੈ, ਉਸ ਨਿਜ਼ਾਮ ਨੂੰ ਉਹ ਕਿਸ ਤਰੀਕੇ ਦੇ ਨਾਲ ਚਲਾ ਰਿਹਾ ਹੈ। ਉਹ ਅਗਲੇ ਸ਼ਬਦਾਂ ਦੇ ਵਿੱਚ ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ। ਜੋਗੀਆਂ ਨੇ ਵਾਜਿਆਂ ਦਾ ਕੁਝ ਗਿਣਤੀ ਦੇ ਵਾਜੇ ਦੱਸੇ ਸਨ ਕਿ ਇਹ ਗਿਣਤੀ ਦੇ ਵਾਜੇ ਜੋ ਹਨ ਉਹ ਵੱਜ ਰਹੇ ਹਨ, ਪਰ ਗੁਰੂ ਸਾਹਿਬ ਜੀ ਜੋ ਹਨ ਉਹ ਕੀ ਕਹਿੰਦੇ ਹਨ, ਉਹ ਕੀ ਫਰਮਾਨ ਕਰਦੇ ਹਨ ਕਿ ਸਾਰੇ ਜੀਵ ਜੰਤੂ ਹੀ ਤੇਰੇ ਵਾਜੇ ਹਨ ਤੇ ਤੂੰ ਇਹਨਾਂ ਨੂੰ ਵਜਾ ਰਿਹਾ ਹੈ। ਹਮ ਤੇਰੇ ਜੰਤ ਤੂੰ ਵਜਾਵਣ ਹਾਰ, ਟੂਟੀ ਤੰਤ ਨਾ ਵਜੇ ਰਬਾਬ, ਜੋ ਹਮ ਜੰਤ ਵਜਾਵਦੇ ਟੂਟ ਗਈ ਸਭ ਤਾਰ, ਜੰਤ ਵਿਚਾਰਾ ਕਿਆ ਕਰੇ ਚਲੇ ਵਜਾਵਣ ਹਾਰ। ਉਹ ਜੋ ਵਜਾਉਣ ਵਾਲਾ ਹੈ ਉਹ ਵਜਾ ਰਿਹਾ ਹੈ। ਇਹ ਸਾਰੇ ਜੀ ਜੰਤ ਜੋ ਹਨ, ਹੁਣ ਇੱਕ ਤਬਲਾ ਹੀ ਹੈ, ਉਸ ਨੂੰ ਅਸੀਂ ਵਜਾ ਰਹੇ ਹਾਂ। ਉਸ ਦਾ ਆਧਾਰ ਕੀ ਹੈ? ਉਹਦੇ ਵਿੱਚ ਪਵਨ ਹੈ, ਅੰਦਰ ਹਵਾ ਭਰੀ ਹੋਈ ਹੈ। ਅਗਰ ਇਸੇ ਤਬਲੇ ਨੂੰ ਹੀ ਅਸੀਂ ਕਿਸੇ ਠੋਸ ਚੀਜ਼ ਦੇ ਨਾਲ ਭਰ ਦਈਏ, ਇਹ ਤੇ ਕਿਸੇ ਤਰ੍ਹਾਂ ਦਾ ਵੀ ਚਮੜਾ ਲਾ ਦਈਏ, ਉਹ ਕਦੇ ਨਹੀਂ ਆਵਾਜ਼ ਦੇਵੇਗਾ। ਇਹ ਜੋ ਸਰੀਰ ਹੈ ਇਹਦੇ ਵਿੱਚ ਕੀ ਹੈ? ਇਹ ਜੋ ਜੀ ਵੱਜ ਰਿਹਾ ਹੈ ਉਹ ਪਰਮਾਤਮਾ ਵਜਾ ਰਿਹਾ ਹੈ, ਇਹਦੇ ਵਿੱਚ ਵੀ ਤੇ ਹਵਾ ਹੀ ਹੈ। ਇਹ ਜੋ ਸਾਸਾਂ ਸਵਾਸਾਂ ਦੀ ਪੂੰਜੀ ਹੈ ਇਹ ਕੀ ਹੈ? ਇਹ ਪਵਨ ਹੈ। ਉਹੀ ਪਵਨ ਜੋ ਇਹਨਾਂ ਨੂੰ ਵਜਾ ਰਹੀ ਹੈ ਵਾਜਿਆਂ ਨੂੰ, ਉਹੀ ਪਵਨ ਜੋ ਹੈ ਸਾਰੇ ਜੀ ਜਨਤਾ ਨੂੰ ਸਵਾਸਾਂ ਦੇ ਆਧਾਰ ਤੇ ਵਜਾ ਰਹੀ ਹੈ। ਬਾਬਾ ਜੀ ਨੇ ਵੀ ਮੰਦਿਰ ਦਾ ਵਰਣਨ ਕੀਤਾ ਸੀ, ਸਨਾਤਨ ਮੰਦਿਰ। ਸਨਾਤਨ ਮੰਦਿਰ ਦੇ ਵਿੱਚ ਪੁਰਾਤਨ ਸਮੇਂ ਤੋਂ ਹੀ ਉਹ ਪਹਿਲਾਂ ਹੀ ਜਾ ਕੇ ਘੜਿਆਲ ਵਜਾਉਂਦੇ ਹਨ, ਕਿਉਂਕਿ ਨਾਦ ਸ਼ਬਦ ਗੁਰੂ ਸਾਹਿਬ ਨੇ ਕਿਹਾ, ਨਾਦ ਕੀ ਹੈ? ਸ਼ਬਦ ਹੈ, ਔਰ ਸ਼ਬਦ ਕੀ ਹੈ? ਪਵਨ ਹੈ। ਔਰ ਇਹ ਪਵਨ ਜੋ ਹੈ ਇਹ ਸਰੀਰ ਨੂੰ ਚਲਾ ਰਹੀ ਹੈ, ਹਰ ਇੱਕ ਜੀਵ ਜੰਤ ਨੂੰ ਚਲਾ ਰਹੀ ਹੈ। ਹੁਣ ਉਹ ਘੜਿਆਲ ਵਜਾਉਣ ਦਾ ਮਤਲਬ ਇਹ ਸੀ ਕਿ ਇਹ ਬੰਦੇ, ਤੂੰ ਜਦੋਂ ਘੜਿਆਲ ਵਜਾਉਂਦਾ ਹੈ ਉਹ ਗੂੰਜ ਹੁੰਦੀ ਹੈ। ਫਿਰ ਉਹਨਾਂ ਨੇ ਉਹਨਾਂ ਦੇ ਗੁੰਬਦ ਬਣਾਏ, ਉਹ ਗੁੰਬਦ ਦੇ ਵਿੱਚ ਜਦੋਂ ਆਵਾਜ਼ ਟਕਰਾਉਂਦੀ ਸੀ ਤੇ ਉਹ ਹੋਰ ਗੂੰਜ ਜ਼ਿਆਦਾ ਪੈਦਾ ਹੋ ਕੇ ਉਹੀ ਸਾਡੇ ਕੰਨਾਂ ਤੱਕ ਪਹੁੰਚ ਕੇ ਸਾਡੀ ਇਕਾਗਰਤਾ ਬਣਾਉਂਦੀ ਸੀ। ਹੁਣ ਉਹਨਾਂ ਦਾ ਇਹੀ ਮਤਲਬ ਸੀ ਕਿ ਐ ਬੰਦੇ ਤੂੰ ਗੁੰਜਾਰ ਕਰ, ਤੂੰ ਜਪ ਕਰ ਉਸ ਪਰਮਾਤਮਾ ਦਾ, ਉਹ ਨਾਦ ਨੂੰ ਵਜਾ, ਉਸ ਸ਼ਬਦ ਨੂੰ ਵਜਾ, ਕਿਸੇ ਤਰੀਕੇ ਵੀ ਵਜਾ। ਉਹ ਜੋ ਨਾਦ ਹੈ ਉਹੀ ਤੈਨੂੰ ਉਸ ਪਰਮਾਤਮਾ ਤੱਕ ਲੈ ਜਾਵੇਗਾ। ਔਰ ਉਸ ਨਾਦ ਨੂੰ ਵਜਾਉਣ ਵਾਲਾ ਇੱਕ ਨਹੀਂ ਹੈ, ਬਹੁਤ ਸਾਰੇ ਹਨ ਜੋ ਉਸ ਨਾਦ ਨੂੰ ਵਜਾ ਰਹੇ ਹਨ। ਨਾਦ ਪਵਨ ਦੀ ਉਪਜ ਹੈ, ਔਰ ਜਿੰਨਾ ਲੰਮਾ ਇਨਸਾਨ ਦਾ ਸਾਹ ਹੋਵੇ, ਜਿਸ ਤਰ੍ਹਾਂ ਅਸੀਂ ਰਾਗੀ ਸਿੰਘ ਜਾਂ ਗਾਉਣ ਵਾਲੇ ਦੇਖਦੇ ਹਾਂ, ਜਿੰਨਾ ਲੰਬਾ ਸਾਹ ਹੋਵੇ ਉਨਾ ਲੰਬਾ ਹੀ ਅਲਾਪ ਲਿਆ ਜਾ ਸਕਦਾ ਹੈ, ਉਤਨਾ ਹੀ ਅਸੀਂ ਰਾਗ ਗਾ ਸਕਦੇ ਹਾਂ। ਹਰ ਚੀਜ਼ ਜੋ ਹੈ ਉਹ ਪਰਮਾਤਮਾ ਨੇ ਨਾਦ ਦੇ ਵਿੱਚ, ਸ਼ਬਦ ਦੇ ਵਿੱਚ ਛੁਪਾ ਕੇ ਰੱਖੀ ਹੋਈ ਹੈ। ਸਾਇੰਸਦਾਨ ਵੀ ਕਹਿੰਦੇ ਹਨ ਜਿੱਥੇ ਪਾਣੀ ਨਹੀਂ ਹੈ, ਜਿੱਥੇ ਹਵਾ ਨਹੀਂ ਹੈ, ਉੱਥੇ ਇਨਸਾਨ ਦਾ ਜੀਵਨ ਨਹੀਂ ਹੈ। ਔਰ ਗੁਰੂ ਸਾਹਿਬ ਨੇ ਵੀ ਪਵਨ ਨੂੰ ਆਧਾਰ ਬਣਾਇਆ ਹੈ। ਉਹ ਵੀ ਕਹਿ ਰਹੇ ਹਨ ਕਿ ਇਹ ਪਵਨ ਜੋ ਹੈ ਉਹ ਸਾਰੇ ਜੋ ਜੀ ਜੰਤ ਹਨ ਉਹ ਵੱਜ ਰਹੇ ਹਨ, ਉਹ ਨਾਦ ਕਰ ਰਹੇ ਹਨ। ਔਰ ਉਸ ਨਾਦ ਦੇ ਵਿੱਚ ਅੱਗੇ ਰਾਗਾਂ ਦੀ ਗੱਲ ਆਵੇਗੀ ਕਿ ਜੀ ਉਸੇ ਹੀ ਆਵਾਜ਼ ਨੂੰ ਸੁਰ ਦੇ ਦਿੱਤੀ ਜਾਵੇ। ਜੇ ਹੁਣ ਮੈਂ ਕੋਈ ਇੱਥੇ ਸ਼ਬਦ ਗਾਵਾਂ, ਦਾਸ ਇੱਥੇ ਕੋਈ ਸ਼ਬਦ ਗਾਵੇ, ਅਗਿਆਨ ਨਹੀਂ ਹੈ, ਉਹ ਕੀ ਹੋਵੇਗਾ? ਉਹ ਨਾਦ ਜੋ ਸ਼ਬਦ ਹੈ ਉਹ ਬੇਸੁਰਾ ਹੋ ਜਾਵੇਗਾ, ਪਰ ਨਾਦ ਆਵਾਜ਼ ਤੇ ਆਵਾਜ਼ ਰਹੇਗੀ। ਹੁਣ ਉਸੇ ਸ਼ਬਦ ਨੂੰ ਹੀ ਬਾਬਾ ਜੀ ਹੁਣੀ ਗਾਉਣ ਜਿਨ੍ਹਾਂ ਨੂੰ ਰਾਗਾਂ ਦਾ ਗਿਆਨ ਹੈ, ਔਰ ਉਹ ਸ਼ਬਦ ਕੀ ਹੈ? ਉਹ ਤਰਤੀਬ ਦੇ ਵਿੱਚ ਆ ਜਾਵੇਗਾ। ਇਸੇ ਤਰ੍ਹਾਂ ਇਹ ਨਾਦ ਜੋ ਹੈ ਉਸ ਨੂੰ ਕੀ ਹੈ? ਪਰਮਾਤਮਾ ਨੇ ਤਰਤੀਬ ਦਿੱਤੀ, ਰਾਗ ਦੇ ਦਿੱਤੇ, ਉਹ ਸੁਰ ਦੇ ਵਿੱਚ ਆ ਗਿਆ। ਇਸੇ ਤਰ੍ਹਾਂ ਹੀ ਜੀਵਨ ਜੋ ਹੈ, ਉਹ ਜੋ ਸ਼ਬਦ ਹੈ, ਉਹ ਜੇ ਤੇ ਜੀਵਨ ਤੁਹਾਡਾ ਉਹ ਰਾਗ ਦੇ ਵਿੱਚ ਆ ਗਿਆ, ਉਹ ਸ਼ਬਦ ਜੋ ਹੈ ਉਹ ਤੁਹਾਡਾ ਰਾਗ ਬਣ ਗਿਆ, ਉਹ ਜੀਵਨ ਤਰਤੀਬ ਦੇ ਵਿੱਚ ਆ ਗਿਆ, ਉਹ ਰਾਗ ਹੈ। ਨਹੀਂ, ਜੇ ਉਹ ਤਰਤੀਬ ਦੇ ਵਿੱਚ ਨਹੀਂ ਆਇਆ ਤੇ ਉਹ ਜੀਵਨ ਜੋ ਹੈ ਉਹ ਬੇਸੁਰਾ ਹੋ ਜਾਂਦਾ ਹੈ। ਇਹ ਜੀਵਨ ਜੋ ਸਾਰਾ ਹੈ ਇਹ ਪਰਮਾਤਮਾ ਉਸ ਨੂੰ ਚਲਾ ਰਿਹਾ ਹੈ, ਪਵਨ ਉਸ ਦਾ ਆਧਾਰ ਹੈ, ਔਰ ਸਾਰੇ ਹੀ ਜੀ ਜੰਤ ਜੋ ਹਨ ਉਹ ਸਾਜ਼ ਹਨ, ਔਰ ਉਸ ਪਿਤਾ ਦੇ ਵਜਾਉਣ ਤੇ ਉਹ ਵੱਜ ਰਹੇ ਹਨ। ਟਾਈਮ ਕਾਫੀ ਹੋ ਗਿਆ ਹੈ, ਦਾਸ ਅੱਜ ਇੱਥੇ ਹੀ ਕਥਾ ਦੀ ਸਮਾਪਤੀ ਕਰੇਗਾ। ਅਗਲੇ ਹਫਤੇ ਇਸ ਤੋਂ ਅੱਗੇ ਉਸ ਗੁਰੂ ਦੀ ਕਿਰਪਾ ਦੇ ਨਾਲ ਹੋਰ ਸ਼ਬਦਾਂ ਦੇ ਨਾਲ ਸਾਂਝ ਪਾਵਾਂਗੇ। ਗੁਰਬਾਣੀ ਪੜ੍ਹਦਿਆਂ ਹੋਇਆਂ
ਜਾਂ ਕਥਾ ਕਰਦਿਆਂ ਹੋਇਆਂ ਬਹੁਤ ਹਜ਼ਾਰਾਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਸਾਹਿਬ ਸਾਧ ਸੰਗਤ ਬਖਸ਼ਣਯੋਗ ਹੈ। ਅਰਦਾਸ ਕਰਨੀ ਉਸ ਪਰਮਾਤਮਾ ਦੇ ਅੱਗੇ, ਇਸ ਮਤਹੀਨ ਨੂੰ ਮਤ ਬਖਸ਼ੇ, ਇਸ ਨਿਮਾਣੇ ਜਿਹੇ ਨੂੰ ਆਪ ਦੇ ਚਰਨਾਂ ਦੇ ਵਿੱਚ ਰਹਿਣ ਦਾ ਹੁਕਮ ਦੇਵੇ। ਆਪ ਦੇ ਚਰਨਾਂ ਦੀ ਧੂੜ ਇਸ ਮਸਤਕ ਤੇ ਲੱਗਦੀ ਰਹੇ। ਇਸ ਸਿਰ ਨੂੰ ਹਮੇਸ਼ਾ ਗੁਰੂ ਦੇ ਸਿੰਘਾਂ ਦੇ ਅੱਗੇ, ਗੁਰੂ ਦੇ ਅੱਗੇ ਹਮੇਸ਼ਾ ਝੁਕਦਾ ਰੱਖੇ। ਉਹ ਹੰਕਾਰ ਮਨ ਦੇ ਵਿੱਚ ਕਦੇ ਨਾ ਆਵੇ। ਝੁਕ ਕੇ ਦੂਸਰਿਆਂ ਨਾਲ ਪਿਆਰ ਦੇ ਵਿੱਚ ਜੀਵਨ ਬੀਤੇ। ਜੋ ਸ਼ਬਦ ਨਿਕਲੇ, ਜਿਸ ਸਵਾਸ ਦੇ ਵਿੱਚ ਉਹ ਸ਼ਬਦ ਨਿਕਲੇ, ਉਹ ਹਰ ਸਵਾਸ ਦੇ ਵਿੱਚ ਉਸ ਪਿਤਾ ਦਾ ਨਾਮ ਹੋਵੇ, ਉਸ ਪਿਤਾ ਦੀ ਬਾਣੀ ਹੋਵੇ। ਉਹ ਸ਼ਬਦ ਕੋਈ ਕੜਵਾ ਨਾ ਹੋਵੇ, ਉਹ ਹਰ ਹਿਰਦੇ ਤੱਕ ਪਹੁੰਚੇ, ਮਿਠਾਸ ਹੋਵੇ, ਹਰ ਕੰਨਾਂ ਦੇ ਵਿੱਚ ਮਿਠਾਸ ਘੋਲੇ। ਇਹ ਸਿਰਫ ਉਹ ਪਰਮਾਤਮਾ ਹੀ ਕਿਰਪਾ ਕਰ ਸਕਦਾ ਹੈ, ਔਰ ਉਹ ਕਿਰਪਾ ਆਪ ਦੀ ਅਰਦਾਸ ਦੇ ਨਾਲ ਹੋ ਸਕਦੀ ਹੈ। ਆਪ ਅਰਦਾਸ ਕਰਨਾ, ਪਰਮਾਤਮਾ ਕਿਰਪਾ ਕਰੇ ਇਸ ਮਤਹੀਨ ਨੂੰ ਮਤ ਬਖਸ਼ੇ, ਤਾਂ ਕਿ ਉਸ ਪਿਤਾ ਦੀ ਬਾਣੀ ਨੂੰ ਆਪ ਦੇ ਨਾਲ ਸਾਂਝ ਪਾ ਸਕਾਂ। ਕਿਉਂਕਿ ਸਾਡੀ ਵੀ ਹਾਲਤ ਉਸ ਛੱਜੂ ਝੀਰ ਵਰਗੀ ਹੈ। ਸੋਟੀ ਲਾ ਕੇ ਬੁਲਾਉਂਦਾ ਉਹ ਹੀ ਹੈ। ਆਪ ਕਿਰਪਾ ਕਰਨੀ, ਅਰਦਾਸ ਕਰਨੀ, ਉਹ ਪਰਮਾਤਮਾ ਬਖਸ਼ਿਸ਼ ਕਰੇ, ਕਿਰਪਾ ਕਰੇ, ਦਇਆ ਕਰੇ, ਹਰ ਇੱਕ ਦੇ ਹਿਰਦੇ ਵਿੱਚ ਬਾਣੀ ਵਸਾਵੇ। ਮੇਰੀ ਮੂਰਖਤਾ ਵਿੱਚ ਆ ਗਈ ਹੋਵੇ, ਉਹ ਮੇਰੀ ਝੋਲੀ 'ਚ ਪਾ ਦੇਣੀ। ਜੋ ਸ਼ਬਦ ਹੈ ਉਸ ਗੁਰੂ ਦਾ, ਉਸ ਨੂੰ ਹਿਰਦੇ ਦੇ ਹਾਰ ਦੇ ਵਿੱਚ ਪਰੋ ਕੇ ਲੈ ਜਾਣਾ, ਕਿਉਂਕਿ ਇਹ ਜੀਵਨ ਨੂੰ ਸਵਾਰਦਾ ਹੈ। ਇਤਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਟੀਆਂ ਆਪਣੇ ਸ਼ਬਦਾਂ ਨਾਲ ਹਾਲ ਕਰਨਾ।